ਸਤਨਾਮ ਵਾਹਿਗੁਰੂ ਜੀਓ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜੇ ਚੀਤ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜੇ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਸਾਰੀ ਸ੍ਰਿਸ਼ਟੀ ਦੇ ਦਿਲਾਂ ਨੂੰ ਠੰਡ ਪਾਉਣ ਵਾਲੇ ਹਮੇਸ਼ਾ ਬਚਨ ਸਾਡੇ ਕੰਨਾਂ ਵਿੱਚ ਪਾਉਂਦੇ ਹਨ। ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਨਿਰੰਕਾਰ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਸਤਿਗੁਰੂ ਦੇ ਬਚਨਾਂ ਤੋਂ ਲਾਭ ਉਠਾਉਂਦੀਆਂ ਹਨ। ਆਪਾਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਸ਼ਲੋਕਾਂ ਦੇ ਰੂਪ ਵਿੱਚ ਜੋ ਅੰਕਿਤ ਨੇ, ਉਹਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ। ਅੱਜ ਸ਼ਲੋਕ ਨੰਬਰ 24 ਹੈ, 1427 ਅੰਗ 'ਤੇ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਨੇ। ਅੱਜ ਮੇਰੇ ਗਰੀਬ ਨਵਾਜ ਪਿਤਾ ਜੀ ਹੁਕਮ ਕਰ ਰਹੇ ਨੇ, ਭਈ ਕਰੋੜਾਂ ਵਿੱਚੋਂ ਕੋਈ ਇੱਕ ਅੱਧ ਵਿਰਲਾ ਇਨਸਾਨ ਹੈ ਜਿਹੜਾ ਸੱਚਮੁੱਚ ਅਕਾਲ ਪੁਰਖ ਨੂੰ ਪਿਆਰ ਕਰਦਾ ਤੇ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਬਾਕੀ ਜਿਤਨਾ ਵੀ ਸੰਸਾਰ ਹੈ ਉਹ ਮਾਇਆ ਦੀ ਪਕੜ ਵਿੱਚ ਹੈ। ਨਿਸ ਦਿਨ ਮਾਇਆ ਕਾਰਨ, ਰਾਤ ਦਿਨ ਬਸ ਮਾਇਆ ਦੇ ਪ੍ਰਭਾਵ ਥੱਲੇ ਮਾਇਆ ਦੇ ਵੱਖ-ਵੱਖ ਰੂਪਾਂ ਨੂੰ ਇਕੱਤਰ ਕਰਨ ਦਾ ਯਤਨ ਮਨੁੱਖ ਕਰ ਰਿਹਾ ਹੈ। ਅਸੀਂ ਵੀ ਉਹਨਾਂ ਵਿੱਚ ਹਾਂ। ਸਾਹਿਬ ਕਹਿੰਦੇ, ਇੱਕ ਤਾਂ ਬੰਦਾ ਜਿਉਂਦਾ ਮਾਇਆ ਦੇ ਕਾਰਨ ਨੇ, ਰੱਬ ਦੇ ਕਾਰਨ ਨੇ। ਦੂਸਰਾ ਫਿਰ ਇਸ ਰਸਤੇ 'ਤੇ ਤੁਰ ਕੇ ਮਾਇਆ ਦੇ ਫਿਰ ਬੰਦਾ ਡੋਲਦਾ ਨਿੱਤਾ ਪ੍ਰਤੀ। ਕੋਈ ਵਿਰਲਾ ਹੀ ਹੋਏਗਾ ਜਿਹੜਾ ਅਡੋਲ ਜ਼ਿੰਦਗੀ ਬਤੀਤ ਕਰ ਰਿਹਾ, ਨਹੀਂ ਤੇ ਪਲ ਪਲ ਇਹ ਮਾਇਆ ਦਾ ਸੁਭਾਅ ਹੈ ਭਈ ਇਸ ਨੂੰ ਡਾਵਾਂ ਡੋਲ ਰੱਖਣਾ। ਉਹਦਾ ਕਾਰਨ ਮਾਇਆ ਖੁਦ ਸਥਿਰ ਨਹੀਂ, ਉਹ ਡੋਲਣਹਾਰ ਹੈ। ਉਹ ਆਪ ਖਿਲ ਰਹੀ ਅਤੇ ਸਾਡੇ ਜੀਵਨ ਨੂੰ ਸਦਾ ਖਿਲਾਉਂਦੀ, ਆਪ ਡੋਲਦੀ, ਸਾਨੂੰ ਸਦਾ ਹੀ ਡੁਲਾ ਕੇ ਰੱਖਦੀ ਹੈ। ਸਹਿ ਬਚਨ ਕਰਦੇ ਕਬੀਰ, ਮਾਇਆ ਡੋਲਣੀ ਪਵਨ ਝਕੋਲਣਹਾਰ। ਜਿਵੇਂ ਹਵਾ ਜਿਹੜੀ ਹੈ ਉਹ ਸਦਾ ਖਿਲਾਉਂਦੀ ਹੈ ਚੀਜ਼ਾਂ ਨੂੰ, ਇਸ ਤਰ੍ਹਾਂ ਮਾਇਆ ਸਾਡੇ ਅੰਦਰਾਂ ਨੂੰ ਖਿਲਾਉਂਦੀ ਹੈ।
ਸਤਿਗੁਰੂ ਜੀ ਬਚਨ ਕਰਦੇ ਨੇ, ਕੋਟਨ ਮੈਂ, ਕੋਟਨ ਦਾ ਅਰਥ ਹੁੰਦਾ ਕਰੋੜਾਂ, ਕਰੋੜਾਂ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਕਹਿ ਰਹੀ, ਕੋਈ ਆਦਮੀ ਕਹਿ ਜਿਹੜਾ ਨਾਰਾਇਣ ਜੇ ਚੀਤ, ਜਿਹੜਾ ਚਿੱਤ ਵਿੱਚ ਨਾਰਾਇਣ ਦਾ ਮਤਲਬ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਜਿਹੜੇ ਚਿੱਤ ਵਿੱਚ ਇੱਕ ਵਾਹਿਗੁਰੂ ਨੂੰ ਅੰਦਰ ਵਸਾਉਣਾ ਚਾਹੁੰਦੇ, ਉਹਦੇ ਲਈ ਜ਼ਿੰਦਗੀ ਜਿਉਂਦੇ ਖਾਨ, ਉਹਨੂੰ ਮਿਲਣ ਲਈ ਦਿਨੇ ਰਾਤ ਉਹ ਯਤਨ ਕਰਦੇ ਨੇ, ਉਹ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਵਿਰਲਿਆਂ ਦਾ ਮਤਲਬ ਇਹ ਨਹੀਂ ਭਈ ਸੰਸਾਰ ਵਿੱਚੋਂ ਵਿਰਲੇ, ਨਹੀਂ, ਸੰਸਾਰ 'ਚੋਂ ਨਹੀਂ, ਧਾਰਮਿਕ ਅਸਥਾਨਾਂ ਵਿੱਚ ਜਾ ਕੇ ਜਾਂ ਘਰਾਂ ਵਿੱਚ ਬੈਠ ਕੇ ਜਿਹੜੇ ਲੋਕ ਸਾਨੂੰ ਜਾਪਦਾ ਹੈ ਵੀ ਇਹ ਤੇ ਰੱਬ ਨੂੰ ਬਹੁਤ ਪਿਆਰ ਕਰਦੇ ਨੇ, ਲੱਖਾਂ ਕਰੋੜਾਂ ਲੋਕ ਨੇ, ਪਰ ਸਤਿਗੁਰੂ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਆਦ ਸਾਹਿਬ ਕਹਿੰਦੇ ਜਿਹੜੇ ਤੁਹਾਨੂੰ ਲੱਗ ਰਹੇ ਨੇ ਵੀ ਪਾਠ ਕਰਦੇ ਨੇ, ਧਰਮ ਦੇ ਹੋਰ ਕਰਮ ਕਰਦੇ ਨੇ, ਭਾਵੇਂ ਕੋਈ ਵੀ 5 ਨਮਾਜ਼ਾਂ ਕਰੇ, ਕੋਈ ਪੂਜਾ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਐਤਵਾਰ ਨੂੰ ਬਾਈਬਲ ਪੜ੍ਹ ਰਿਹਾ ਜਾਂ ਅੱਗੇ ਪਿੱਛੇ, ਜਾਂ ਹੋਰ ਕੋਈ ਜੋਗੀਆਂ ਦੇ ਬੋਧੀਆਂ ਦੇ ਕਿਸੇ ਵੀ ਤਰੀਕੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ, ਉਹਨਾਂ ਵਿੱਚੋਂ ਸਤਿਗੁਰੂ ਕਹਿੰਦੇ ਜਿਹੜੇ ਉਹ ਕਰੋੜਾਂ ਲੋਕ ਇਕੱਠੇ ਕਰੀਏ, ਉਹਨਾਂ 'ਚੋਂ ਕੋਈ ਇੱਕ ਅੱਧ ਹੈ ਜਿਹੜਾ ਰੱਬ ਨੂੰ ਚਾਹੁੰਦਾ ਹੈ। ਬਾਕੀ ਗੁਰੂ ਕੇ ਪਿਆਰਿਓ ਸਭ ਕੋਈ ਸਥੂਲ ਮਾਇਆ ਚਾਹੁੰਦਾ ਹੈ, ਕੋਈ ਇਸ ਦੀ ਵਰਤੋਂ ਕਰਕੇ ਸ਼ੋਹਰਤ ਚਾਹੁੰਦਾ ਹੈ, ਕੋਈ ਗੁਰੂ ਕੇ ਪਿਆਰਿਓ ਇਸ ਦੀ ਵਰਤੋਂ ਕਰਕੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਲੋਕਾਂ 'ਤੇ ਪ੍ਰਭਾਵ ਪਾਉਣਾ ਚਾਹੁੰਦਾ। ਉਹ ਮਾਇਆ ਦਾ ਰੂਪ ਹੈ। ਜਿਹੜਾ ਸੱਚਮੁੱਚ ਉਸ ਰੱਬ ਨੂੰ ਪ੍ਰਾਪਤ ਕਰਨਾ ਚਾਹਵੇ ਉਹ ਕੋਈ ਵਿਰਲਾ ਹੈ। ਇੱਕ ਨਿੱਕੀ ਜਿਹੀ ਮਨੁੱਖੀ ਮਨ ਦੀ ਨਾ ਕਹਾਣੀ ਬੜੇ ਸਿਆਣਿਆਂ ਨੇ ਘੜ ਕੇ ਰੱਖੀ ਇਸ ਗੱਲ ਨੂੰ ਸਮਝਣ ਲਈ, ਕਿਉਂਕਿ ਮਨ ਕਹੇਗਾ ਵੀ ਕਰੋੜਾਂ ਲੋਕ ਰੱਬ ਨੂੰ ਚੇਤਾ ਕਰਦੇ ਦਾ ਮਤਲਬ ਉਹ ਰੱਬ ਨੂੰ ਨਹੀਂ ਚਾਹੁੰਦੇ, ਵੈਸੇ ਹੀ ਉਹ ਦਿਨ ਰਾਤ ਇੰਨੀ ਮਿਹਨਤਾਂ ਕਰਦੇ ਨੇ। ਸਮਝਣਾ ਜਰਾ, ਇੱਕ ਵਿਦਵਾਨ ਨੇ ਬੜੀ ਪਿਆਰੀ ਕਹਾਣੀ ਲਿਖੀ ਇਸ ਗੱਲ ਨੂੰ ਖੋਲ੍ਹਣ ਲਈ। ਉਹ ਕਹਿੰਦੇ ਇੱਕ ਦਿਨ ਮਾਇਆ ਦਾ ਅਤੇ ਪਰਮੇਸ਼ਰ ਦੀ ਆਪਸ ਵਿੱਚ ਗੱਲ ਹੋ ਰਹੀ ਸੀ। ਮਾਇਆ ਕਹਿਣ ਲੱਗੀ, ਦੇਖੋ ਪਰਮੇਸ਼ਰ ਜੀ, ਮੈਂ ਤੁਹਾਡੀ ਭਾਵੇਂ ਰਚੀ ਹੋਈ ਹਾਂ, ਮੇਰਾ ਹੀ ਸਾਰਾ ਸੰਸਾਰ ਮੇਰੀ ਪੂਜਾ ਕਰਦਾ, ਤੁਹਾਡੀ ਕੋਈ ਨਹੀਂ। ਪਰਮੇਸ਼ਰ ਜੀ ਕਹਿਣ ਲੱਗੇ, ਨਹੀਂ ਮਾਇਆ, ਤੈਨੂੰ ਭੁਲੇਖਾ ਏ, ਜਿੰਨੇ ਵੀ ਯਾਦ ਕਰਨ ਵਾਲੇ ਨੇ ਪਾਠ ਪੂਜਾ ਮੈਨੂੰ ਯਾਦ ਕਰ ਰਹੇ ਨੇ, ਤੈਨੂੰ ਥੋੜ੍ਹਾ। ਮਾਇਆ ਕਹਿਣ ਲੱਗੀ, ਨਹੀਂ ਤੁਹਾਨੂੰ ਭੁਲੇਖਾ ਹੈ, ਰੱਬ ਨੂੰ ਤੇ ਕਾਹਦਾ ਪੈਣੋਂ ਗੱਲ ਸਮਝਾਉਣ ਲਈ। ਉਹ ਕਹਿੰਦੇ ਅੱਛਾ, ਆਪਾਂ ਹੁਣੇ ਵੇਖ ਲੈਂਦੇ ਹਾਂ, ਕਿਸੇ ਦਾ ਨਾਂ ਲਓ ਜਿਹੜਾ ਸੱਜਣ ਬਹੁਤ ਵਧੇਰੇ ਭਾਈ ਉਹ ਤੁਹਾਡੇ ਨਾਲ ਜੁੜਿਆ ਹੋਇਆ, ਲੋਕਾਂ ਵਿੱਚ ਵੀ ਉਹਦੀ ਬਹੁਤ ਵੱਡਾ ਮਾਣ ਹੈ ਵੀ ਇਹ ਬੰਦਾ ਪਾਠ ਪੂਜਾ ਵਾਲਾ ਬੜਾ ਧਾਰਮਿਕ, ਇਹਦੇ 'ਤੇ ਤਾਂ ਕੋਈ ਸ਼ੱਕ ਹੀ ਨਹੀਂ ਹੈ, ਕਿਸੇ ਦਾ ਹੱਕ ਨਹੀਂ ਮਾਰਦਾ, ਕੌੜਾ ਨਹੀਂ ਬੋਲਦਾ, ਸ਼ੁਭ ਕਰਮ ਕਰਦਾ ਅਤੇ ਜ਼ਰੂਰ ਵਾਕਈ ਰੱਬ ਦਾ ਪਿਆਰਾ ਹੈ। ਉਹਨਾਂ ਨੇ ਇੱਕ ਬਹੁਤ ਇਨਸਾਨ ਚੰਗਾ ਜਿਹਨੂੰ ਸਮਝਿਆ ਜਾਂਦਾ ਸੀ ਸੇਠ ਦੀ ਚੋਣ ਕੀਤੀ। ਕਹਿਣ ਲੱਗੇ, ਰੱਬ ਜੀ ਪਹਿਲਾਂ ਤੁਸੀਂ ਜਾਓ ਉਹਦੇ ਘਰ, ਬਾਅਦ ਵਿੱਚ ਮੈਂ ਆਵਾਂਗੀ ਅਤੇ ਨਿਰਣਾ ਅੱਜ ਹੀ ਹੋ ਜਾਵੇ। ਨਿਰੰਕਾਰ ਇੱਕ ਬਜ਼ੁਰਗ ਦਾ ਸਾਧੂ ਦਾ ਰੂਪ ਧਾਰਨ ਕਰਕੇ ਗਿਆ। ਸਾਧੂ ਨੂੰ ਵੇਖ ਕੇ ਚਾਅ ਚੜ੍ਹ ਗਿਆ ਸੇਠ ਨੂੰ, ਕੋਈ ਰੱਬ ਦਾ ਪਿਆਰਾ ਆਇਆ। ਬਹੁਤ ਖੁਸ਼ੀ ਹੋਈ, ਨਮਸਕਾਰ ਕੀਤੀ ਤਾਂ ਉਸ ਦੇ ਬਚਨ ਸੁਣ ਕੇ ਚਿਹਰੇ ਦਾ ਜਲਾਲ ਬਹੁਤ ਪ੍ਰਭਾਵਿਤ ਹੋਇਆ, ਬਹੁਤ ਖੁਸ਼ ਪਿਆ। ਕੁਝ ਮਹਾਤਮਾ ਤੇ ਕਦੇ ਵੇਖਿਆ ਹੀ ਨਹੀਂ। ਮਹਾਤਮਾ ਨੇ ਬਚਨ ਜਿਹੜੇ ਕੀਤੇ ਉਹਨਾਂ ਤੋਂ ਬਹੁਤ ਚੰਗਾ ਲੱਗਾ। ਕਹਿਣ ਲੱਗੇ, ਜੀ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਮੈਂ ਚਾਹੁੰਦਾ ਤੁਸੀਂ ਮੇਰੇ ਘਰ ਟਿਕੋ। ਹੋਰ ਵੀ ਮਹਾਤਮਾ ਮੇਰੇ ਘਰ ਆਉਂਦੇ ਜਾਂਦੇ ਰਹਿੰਦੇ ਨੇ। ਉਹ ਕਹਿਣ ਲੱਗੇ, ਨਹੀਂ ਸਾਨੂੰ ਜਾਣ ਦਿਓ। ਨਹੀਂ, ਮੈਂ ਇੰਨਾ ਪਿਆਰ ਨਾਲ ਤੁਹਾਨੂੰ ਬੇਨਤੀ ਕਰ ਰਿਹਾ, ਅਤੇ ਰੱਬ ਵੀ ਨਹੀਂ ਮੋੜਦਾ ਪਿਆਰਿਆਂ ਦੀ ਬੇਨਤੀ, ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ? ਮੈਨੂੰ ਤੁਸੀਂ ਨਾ ਕਰੋ, ਰਵੋ। ਕਹਿਣ ਲੱਗੇ, ਠੀਕ ਹੈ, ਅਸੀਂ ਇਕੱਲੇ ਰਹਿਣਾ ਹੈ, ਤੇਰੇ ਕੋਲ ਸਾਨੂੰ ਇਕਾਂਤ 'ਚ ਕਮਰਾ ਚਾਹੀਦਾ। ਕਹਿਣ ਲੱਗਾ, ਸਾਰਾ ਘਰ ਤੁਹਾਡਾ, ਕਈ ਕਮਰੇ ਪਾਏ ਹੋਏ ਨੇ, ਜਿਹੜੇ ਕਮਰੇ ਨੂੰ ਤੁਸੀਂ ਕਹੋਗੇ ਮੈਂ ਉਹ ਹੀ ਤਿਆਰ ਕਰਦਾ। ਕਹਿਣ ਲੱਗੇ, ਠੀਕ, ਕਮਰਾ ਤਿਆਰ ਹੋ ਗਿਆ। ਕਹਿੰਦੇ, ਸਾਡੀ ਦੂਜੀ ਸ਼ਰਤ ਹੈ, ਭਾਵੇਂ ਕੁਝ ਵੀ ਤੇਰੇ ਘਰ ਦੇ ਹਾਲਾਤ ਬਣ ਜਾਣ, ਤੂੰ ਸਾਡੇ ਤੋਂ ਇਹ ਕਮਰਾ ਖਾਲੀ ਨਹੀਂ ਕਰਵਾਏਂਗਾ। ਕਹਿਣ ਲੱਗਾ,
ਬਿਲਕੁਲ ਮਹਾਰਾਜ, ਤੁਹਾਡੇ ਦਿੱਤੇ ਕਮਰੇ ਬਹੁਤ ਨੇ। ਆਸਣ ਲੱਗ ਗਿਆ, ਬਹੁਤ ਖੁਸ਼ ਹੈ ਵੀ ਮੇਰੇ ਘਰ ਕੋਈ ਪੂਰਨ ਮਹਾਤਮਾ ਟਿਕੇ ਨੇ। ਉਹਨਾਂ ਚਿਰ ਨੂੰ ਮਾਇਆ ਵੀ ਇੱਕ ਰੂਪ ਨਵਾਂ ਬਣਾ ਕੇ ਉਹ ਬੀਬਾ ਦੇ ਰੂਪ ਵਿੱਚ ਆ ਹਾਜ਼ਰ ਹੋਈ। ਉਹਨੇ ਵੀ ਕੁਝ ਇਹੋ ਜਿਹਾ ਲਿਬਾਸ ਸੀ ਜਿੱਥੇ ਤੋਂ ਲੱਗਦਾ ਸੀ ਵੀ ਸ਼ਾਇਦ ਮਹਾਤਮਾ ਟਾਈਪ ਹੀ ਇਹ ਬੀਬਾ ਹੈ। ਉਹ ਸੇਠ ਨੂੰ ਇਹ ਦਿਨ ਜਦੋਂ ਸੇਵਾ ਕੀਤੀ, ਉਹਦੇ ਕੋਲ ਬਰਤਨ ਸੀ ਸੋਨੇ ਦੇ। ਕਹਿਣ ਲੱਗੇ ਸੀ ਇਹਦੇ 'ਚ ਛਕਦੇ ਹਾਂ ਜੀ। ਉਹਨਾਂ ਭੋਜਨ ਉਹਦੇ 'ਚ ਛਕਿਆ ਅਤੇ ਬਰਤਨ ਸੁੱਟ ਦਿੱਤਾ। ਕਹਿਣ ਲੱਗੇ ਜੀ ਇਹ ਸੋਨੇ ਦਾ ਬਰਤਨ ਸੁੱਟਿਆ ਜੀ। ਕਹਿੰਦੇ ਬਾਹਰ ਸੁੱਟ ਦਿਓ ਰੋੜੀ 'ਤੇ। ਮੇਰਾ ਸੁਭਾਅ ਹੈ ਵੀ ਜਿਹੜੇ ਭਾਂਡੇ ਵਿੱਚ ਇੱਕ ਵਾਰੀ ਮੈਂ ਕੋਈ ਚੀਜ਼ ਪੀ ਲਾਂ ਖਾ ਲਾਂ, ਉਹਨੂੰ ਮੈਂ ਦੁਬਾਰਾ ਨਹੀਂ ਵਰਤਦੀ ਅਤੇ ਮੇਰੇ ਭਾਂਡੇ ਸਾਰੇ ਸੋਨੇ ਦੇ ਨੇ। ਇਹ ਬੰਦਾ ਕਹਿਣ ਲੱਗਾ ਕੌਣ ਆ ਗਿਆ ਮੇਰੇ ਘਰ, ਸੋਨੇ ਦੇ ਬਰਤਨਾਂ ਨੂੰ ਵਰਤਣਾ ਅਤੇ ਇੱਕ ਵਾਰੀ ਵਰਤ ਕੇ ਸੁੱਟ ਦੇਣਾ, ਇਹਨੂੰ ਤਾਂ ਘਰੋਂ ਜਾਣ ਨਹੀਂ ਦੇਣਾ ਚਾਹੀਦਾ। ਉਹਨੂੰ ਕਹਿਣ ਲੱਗਾ ਜੀ ਤੁਸੀਂ ਸਾਡੇ ਘਰ ਮਹਿਮਾਨ ਆਏ ਹੋ, ਮੈਂ ਚਾਹੁੰਦਾ 5-7 ਦਿਨ ਤੁਸੀਂ ਸਾਡੇ ਘਰ ਰਹੋ। ਜੇ ਜ਼ਿਆਦਾ ਚਿਰ ਰਹੋ ਤਾਂ ਬਹੁਤ ਚੰਗੀ ਗੱਲ, ਕਿਉਂਕਿ ਅੰਦਰ ਲਾਲਚ ਵਿੱਚ ਵੀ ਜੇ ਇਹ ਰਹਿ ਗਈ 5-7 ਦਿਨ ਮਾਇਆ ਹੀ ਮਾਇਆ ਹੋ ਜਾਣੀ ਹੈ। ਅਤੇ ਉਹ ਖੈਰ ਜਦੋਂ ਉਹਨਾਂ ਨੇ ਇਹ ਬੇਨਤੀ ਕੀਤੀ ਤਾਂ ਕਹਿਣ ਲੱਗੀ ਸਾਡੀ ਇੱਕ ਸ਼ਰਤ 'ਤੇ ਅਸੀਂ ਆਪਣੀ ਮਰਜ਼ੀ ਨਾਲ ਕਮਰੇ ਦੀ ਚੋਣ ਕਰਾਂਗੇ ਜਿੱਥੇ ਅਸੀਂ ਟਿਕਣਾ। ਕਹਿਣ ਲੱਗੇ ਜੀ ਤੁਸੀਂ ਦੱਸੋ ਕਿਹੜਾ ਕਮਰਾ। ਜਿਹੜੇ ਕਮਰੇ 'ਚ ਉਹ ਰੱਬ 'ਚ ਹੀ ਬੈਠੇ ਸਨ ਮਹਾਤਮਾ ਬਣ ਕੇ, ਉੱਧਰ ਇਸ਼ਾਰਾ ਕੀਤਾ। ਕਹਿਣ ਲੱਗੇ ਠੀਕ ਹੁਣੇ ਖਾਲੀ ਕਰਵਾਉਣਾ। ਉਹ ਰੱਬ ਨੂੰ ਕਹਿਣ ਲੱਗੇ ਜੀ ਕਮਰਾ ਖਾਲੀ ਚਾਹੀਦਾ। ਕਹਿਣ ਲੱਗੇ ਤੇਰੇ ਨਾਲ ਵਾਅਦਾ ਕੀਤਾ ਸੀ ਨਾ, ਨਹੀਂ ਭਾਈ ਕਮਰਾ ਖਾਲੀ ਨਹੀਂ ਕਰਵਾਏਗਾ, ਹੋਰ ਕਿਧਰੇ ਟਿਕਾ ਲੈ। ਕਹਿਣ ਲੱਗਾ ਜੀ ਛੇਤੀ ਕਰੋ, ਜੇ ਉਹ ਚਲੀ ਗਈ ਤੁਸੀਂ ਚਲੇ ਗਏ ਅਤੇ ਹੋਰ ਕੋਈ ਸਾਧੂ ਆ ਜਾਏਗਾ, ਉਹਦੀ ਸੇਵਾ ਕਰ ਲਾਂਗਾ। ਜੇ ਉਹ ਚਲੀ ਗਈ ਤਾਂ ਉਹ ਘਾਟਾ ਬਰਦਾਸ਼ਤ ਨਹੀਂ ਹੋਣਾ। ਉਹ ਜਿਹੜੇ ਬਰਤਨ ਵਿੱਚ ਪੀਂਦੀ ਖਾਂਦੀ ਸੋਨੇ ਦੇ ਸੁੱਟ ਦਿੰਦੀ ਏ, ਮੇਰਾ ਘਰ ਭਰ ਜਾਣਾ, ਉਹਦੇ 'ਚੋਂ ਤੁਹਾਡੀ ਵੀ ਕੋਈ ਸੇਵਾ ਕਰਾਂਗਾ, ਤੁਸੀਂ ਛੇਤੀ ਕਰੋ ਕਮਰੇ 'ਚੋਂ ਬਾਹਰ। ਉਹਨਾਂ ਨੇ ਬਥੇਰਾ ਸਮਝਾਇਆ ਨਹੀਂ। ਜਦੋਂ ਕਮਰੇ 'ਚੋਂ ਕੱਢਿਆ ਅਤੇ ਮਾਇਆ ਖਿੜਖਿੜਾ ਕੇ ਖੱਸ ਪਈ। ਕਹਿਣ ਲੱਗੀ ਪਰਮੇਸ਼ਰ ਜੀ ਦੇਖਿਆ, ਤੁਹਾਨੂੰ ਮੇਰੇ ਕਰਕੇ ਹੀ ਲੋਕ ਰੱਖਦੇ ਨੇ, ਤੁਹਾਡੇ ਕਰਕੇ ਨਹੀਂ। ਇਹ ਦੇਖੋ ਤੁਹਾਨੂੰ ਕੱਢ ਰਹੇ ਨੇ। ਮਾਇਆ ਕਹਿਣ ਲੱਗੀ ਸੇਠ ਮੈਂ ਤਾਂ ਇਹਨਾਂ ਦਾ ਪਰਛਾਵਾਂ ਵਾਂ, ਇਹਨਾਂ ਦੇ ਪਿੱਛੇ ਮੈਂ ਆਈ ਸਾਂ, ਜੇ ਤੂੰ ਇਹਨੂੰ ਕੱਢਿਆ ਤੇ ਰਹਿਣਾ ਮੈਂ ਵੀ ਕੋਈ ਨਹੀਂ। ਸੱਚ ਹੈ ਬਹੁਤਾਤ ਵਿੱਚ ਕੋਈ ਨਾ ਕੋਈ ਸਾਡੇ ਲਾਲਚ ਅੰਦਰ ਕੋਈ ਮੰਗਾਂ ਨੇ ਜੋ ਨਹੀਂ ਪੂਰੀਆਂ ਹੁੰਦੀਆਂ। ਤਾਂ ਹੀ ਕਿੰਨਾ ਕਿੰਨਾ ਪਾਠ ਕਰਨ ਵਾਲੇ, ਮੰਦਰਾਂ 'ਚ ਆਉਣ ਵਾਲੇ ਮਸੀਤਾਂ 'ਚ ਛੱਡ ਕੇ ਉਹ ਪੁੱਠੇ ਰਾਹ ਪੈ ਜਾਂਦੇ। ਕਾਰਨ ਰੱਬ ਨੂੰ ਚਾਹਿਆ ਹੀ ਨਹੀਂ ਸੀ, ਚੀਜ਼ਾਂ ਚਾਹੀਆਂ ਸਨ। ਮਾਇਆ ਨਾਲ ਸੰਬੰਧਿਤ ਕੋਈ ਪਦਵੀ ਦੀ ਆਸ ਕੀਤੀ ਸੀ, ਪਰ ਉਹ ਫਿਰ ਵੀ ਨਾ ਮਿਲੀ। ਇੰਨੇ ਯਤਨ ਕਰਨ ਦੇ ਬੰਦਾ ਨਿਰਾਸ਼ ਹੋ ਜਾਂਦਾ। ਰੱਬ ਤੋਂ ਵੀ ਕਹਿੰਦਾ ਮੇਰਾ ਵਿਸ਼ਵਾਸ ਹੀ ਉੱਠ ਗਿਆ, ਮੇਰਾ ਵਿਸ਼ਵਾਸ ਹੀ ਕੋਈ ਨਹੀਂ। ਨਾਵੇਂ ਗੁਰਦੇਵ ਪਿਤਾ ਜੀ ਕਹਿੰਦੇ ਕਰੋੜਾਂ 'ਚ ਕੋਈ ਇੱਕ ਆਦਿਕ ਹੈ ਜਿਹੜਾ ਸੱਚਮੁੱਚ ਉਹਨੂੰ ਪਿਆਰ ਕਰਦਾ ਹੋਏਗਾ। ਜਿਹੜੇ ਪਿਆਰ ਕਰਦੇ ਨੇ ਨਾ, ਉਹ ਮਾਇਆ ਦੀ ਤਰ੍ਹਾਂ ਹੀ ਨਹੀਂ ਵੇਖਦੇ ਵੀ ਸਾਧੂ ਫੇਰ ਆ ਜਾਣਗੇ, ਮਾਇਆ ਤੂੰ ਘਰ ਆ। ਉਹ ਇਹ ਨਹੀਂ ਵੇਖਦੇ ਰੱਬ ਦਾ ਕੰਮ ਬਾਅਦ ਵਿੱਚ ਕਰਾਂਗੇ, ਪਹਿਲਾਂ ਮਾਇਆ ਨਾਲ ਸੰਬੰਧਿਤ ਸ਼ੋਹਰਤਾਂ ਕਰੀਏ ਜਾਂ ਪੈਸੇ ਵਾਲਾ ਕਾਰੋਬਾਰ ਕਰੀਏ। ਉਹ ਇਸ ਤਰ੍ਹਾਂ ਨਹੀਂ ਕਹਿੰਦੇ। ਇੱਕ ਮਾਤਾ ਸੀ ਮਹਾਂਪੁਰਖਾਂ ਕੋਲ ਆਈ, ਕਹਿਣ ਲੱਗੀ ਬਾਬਾ ਜੀ ਕਿਰਪਾ ਕਰੋ, ਇਹ ਬੱਚਾ ਛੋਟਾ ਅਜੇ 7-8 ਸਾਲ ਦਾ, ਇਹ ਅੰਮ੍ਰਿਤ ਛਕਣਾ ਚਾਹੁੰਦਾ ਹੈ। ਅਤੇ ਉਹ ਕਹਿਣ ਲੱਗੀ ਮਾਤਾ ਬਹੁਤ ਚੰਗੀ ਗੱਲ ਹੈ। ਕਹਿਣ ਲੱਗੇ ਉਹਨੂੰ ਸਮਝਾਵੋ, ਇਹ ਅੰਮ੍ਰਿਤ ਛਕਣਾ ਚਾਹੁੰਦਾ ਹੈ। ਕਹਿਣ ਲੱਗੇ ਤੁਸੀਂ ਛਕਿਆ ਨਹੀਂ। ਕਹਿਣ ਲੱਗੇ ਤੁਹਾਨੂੰ ਤਾਂ ਇਸ ਤੋਂ ਪਹਿਲਾਂ ਛਕਣਾ ਚਾਹੀਦਾ ਸੀ, ਤੁਸੀਂ ਇੰਨੀ ਦੇਰ ਕਿਉਂ ਕੀਤੀ। ਉਹ ਕਹਿਣ ਲੱਗੀ ਅਜੇ ਮੈਨੂੰ ਪਰਮਾਤਮਾ ਸਮਾਂ ਦੇਵੇ, ਅਜੇ ਮੈਂ ਤਿਆਰ ਨਹੀਂ। ਸਗੋਂ ਮੈਂ ਤਾਂ ਮੁੰਡੇ ਨੂੰ ਵੀ ਕਹਿੰਦੀ ਸਾਂ ਤੂੰ ਅਜੇ ਨਾ ਛਕ। ਇਹਦਾ ਮਤਲਬ ਕੀ ਹੋਇਆ ਭਈ ਸਾਡੇ ਅੰਦਰ ਉਹ ਪਿਆਰ ਨਹੀਂ। ਅਸੀਂ ਬੱਚੇ ਦੇ ਭਾਗ ਚੰਗੇ ਹੋ ਅਤੇ ਸਗੋਂ ਤਿਆਰ ਹੋ ਕੇ ਬੈਠਾ ਏ, ਅਤੇ ਉਹ ਮਾਂ ਅਜੇ ਵੀ ਤਿਆਰ ਨਹੀਂ। ਅਤੇ ਉਹ ਕਹਿੰਦੀ ਮੈਂ ਇਹਨੂੰ ਵੀ ਕਹਿੰਦੀ ਹਾਂ ਤੂੰ ਅਜੇ ਨਾ ਤੁਰ। ਤੁਸੀਂ ਕਦੇ ਵੇਖੋਗੇ ਬਹੁਤਾਤ ਵਿੱਚ ਸਾਡੀਆਂ ਕਮਜ਼ੋਰੀਆਂ ਨੇ। ਮੈਂ ਤਾਂ ਅੱਜ ਗੱਲ ਕਰ ਰਿਹਾ ਵਾਂ, ਸਤਿਗੁਰੂ ਜੀ ਨੇ ਬਚਨ ਕੀਤਾ ਵੀ ਡੋਲ ਰਹੀ ਦੁਨੀਆ। ਜਿਹੜੇ ਤੁਰੇ ਨੇ ਉਹ ਵੀ ਡੋਲ ਰਹੇ ਹਨ, ਮਾਇਆ ਡੁਲਾ ਦਿੰਦੀ, ਉਹਦੇ ਕਈ ਰੂਪ ਆਉਂਦੇ ਹਨ। ਜਦੋਂ ਨਾ ਬਹੁਤੀ ਵਾਰੀ ਅਸੀਂ ਕਹਿੰਦੇ ਹਾਂ ਵੀ ਬੱਚੇ ਸਾਡੇ ਭੈੜੀ ਸੁਸਾਇਟੀ ਵਿੱਚ ਨਾ ਜਾਣ, ਮਾੜੀ ਸੰਗਤ ਵਿੱਚ ਨਾ ਪੈਣ, ਸਾਡਾ ਕੇਵਲ ਨਿਸ਼ਾਨਾ ਇਹ ਹੁੰਦਾ ਹੈ ਪਾਠ ਕਰਨ ਦਾ, ਸੇਵਾ ਕਰਨ ਦਾ, ਸਿਮਰਨ ਦਾ, ਭਈ ਅਸੀਂ ਇਹਦੇ ਸਹਾਰੇ
ਇਹਨਾਂ ਬੱਚਿਆਂ ਨੂੰ ਭੈੜੇ ਪਾਸੇ ਤੋਂ ਰੋਕ ਲਈਏ। ਪਰ ਜੇ ਬੱਚੇ ਮੰਨ ਲਓ ਸ਼ਰਾਬ ਆਸ ਦੀ ਵਰਤੋਂ ਨਹੀਂ ਕਰਦੇ, ਉਹਨਾਂ ਦੇ ਕੋਲ ਸਿੱਖੀ ਭਾਵੇਂ ਨਹੀਂ ਏ, ਉਹ ਪੈਸਾ ਕਮਾਉਂਦੇ ਖਾਣ ਜਾਂ ਪੜ੍ਹਦੇ ਚੰਗਾ ਨੇ, ਬਹੁਤ ਘੱਟ ਰੀਝ ਹੋਏਗੀ ਵੀ ਇਹਨਾਂ ਬੱਚਿਆਂ ਨੂੰ ਹੁਣ ਵੀ ਪਾਠ ਦੀ ਲੋੜ ਹੈ, ਹੁਣ ਵੀ ਇਹਨਾਂ ਨੂੰ ਧਰਮ ਦੀ ਲੋੜ ਹੈ। ਕਿਉਂਕਿ ਅਸੀਂ ਰੱਬ ਨੂੰ ਜਾਂ ਗੁਰੂ ਨਹੀਂ ਚਾਹੁੰਦੇ, ਅਸੀਂ ਉਹਨਾਂ ਨੂੰ ਕੇਵਲ ਭੈੜੇ ਪਾਸੇ ਤੋਂ ਰੋਕਣਾ ਚਾਹੁੰਦੇ ਹਾਂ। ਪਰ ਸਾਡਾ ਮਤਲਬ ਇੱਧਰ ਕੋਈ ਨਹੀਂ ਵੀ ਚੰਗਾ ਪਾਸਾ ਰੱਬ ਦਾ ਹੈ, ਇੱਧਰ ਜੁੜ ਜਾਣ। ਕਹਿੰਦੇ ਤੈਨੂੰ ਦੀ ਮਰਜ਼ੀ ਹੈ, ਜੁੜ ਜਾਣਗੇ ਤਾਂ ਵੀ ਮੈਨੂੰ ਕੋਈ ਦੁੱਖ ਤਾਂ ਨਹੀਂ ਨਾ ਦਿੰਦੇ, ਨਾ ਕਦੇ ਨਾ ਤੰਗ ਕੀਤਾ, ਨਾ ਮਾੜੀ ਸੰਗਤ ਕਰਦੇ। ਠੀਕ ਹੈ, ਇਹਨਾਂ ਦੀ ਆਪਣੀ ਮਰਜ਼ੀ, ਕਿਉਂਕਿ ਸਾਡੇ ਆਪਣਾ ਕੋਈ ਵਿਸ਼ਵਾਸ ਪੂਰਾ ਨਹੀਂ ਬਣਿਆ, ਅਸੀਂ ਆਪ ਹੀ ਡਾਵਾਂ ਡੋਲ ਹਾਂ। ਵੀ ਕੀ ਪਤਾ ਇਸ ਰਾਹ 'ਤੇ ਕਦੋਂ ਅਸੀਂ ਛੱਡ ਜਾਈਏ। ਦੋ ਚੀਜ਼ਾਂ ਸਾਨੂੰ ਡੁਲਾਉਂਦੀਆਂ ਨੇ ਇਸ ਰਾਹ ਤੋਂ। ਮੇਰੇ ਪੰਚਮ ਪਿਤਾ ਮਹਾਰਾਜ ਜੀ ਨੇ ਬਚਨ ਕੀਤਾ ਹੈ ਵੀ ਅਸੀਂ ਕਿਉਂ ਡੋਲ ਜਾਂਦੇ ਹਾਂ। ਸਾਡੇ ਡੋਲਣ ਦੇ ਦੋ ਕਾਰਨ ਬਣਦੇ ਨੇ। ਇੱਕ ਤੇ ਕਾਰਨ ਬਣਦਾ ਏ, ਮਹਾਰਾਜ ਜੀ ਨੇ ਉਹਦਾ ਨਾਮ ਰੱਖਿਆ ਪਰਾਈ ਤਾਤ, ਸਾੜਾ, ਈਰਖਾ। ਜਦੋਂ ਅਸੀਂ ਰੱਬ ਦੇ ਰਾਹ 'ਤੇ ਵੀ ਤੁਰਦੇ ਹਾਂ ਨਾ, ਥੋੜ੍ਹਾ ਬਹੁਤ ਪਾਠ ਕਰੀਦਾ, ਹੁਣ ਸਾਰਾ ਕੁਝ ਘਰ ਹੈ। ਜਦੋਂ ਸਾਡੇ ਆਪਣੇ ਰਿਸ਼ਤੇਦਾਰ ਜਾਂ ਦੂਸਰੇ ਭਰਾ ਕੋਲ ਜਾਂ ਭੈਣ ਕੋਲ ਜਾਂ ਕਿਸੇ ਮਿੱਤਰ ਕੋਲ ਸਾਡੇ ਨਾਲ ਵੱਡਾ ਮਕਾਨ ਹੈ ਅਤੇ ਅੰਦਰ ਸਾੜਾ ਸ਼ੁਰੂ ਹੈ, ਉਹਦੇ ਕੋਲ ਇੱਜ਼ਤ ਵੱਧ ਜੇ ਅਤੇ ਅੰਦਰ ਈਰਖਾ ਆ ਗਈ, ਉਹਦੇ ਕੋਲ ਉਹਦੇ ਬੱਚੇ ਲਾਇਕ ਨੇ ਅਤੇ ਸਾਡੇ ਅੰਦਰ ਈਰਖਾ ਆ ਗਈ। ਕਾਰਨ ਭਈ ਦੂਸਰੇ ਦੇ ਕੋਲ ਇਹ ਕਿਉਂ ਹੈ। ਉਹ ਜਦੋਂ ਈਰਖਾ ਆਉਂਦੀ ਅਤੇ ਮਨ ਕਹਿੰਦਾ ਮੈਂ ਤਾਂ ਪਾਠ ਵੀ ਕਰਦਾ, ਮੈਂ ਕਿਉਂ ਪਿੱਛੇ ਰਹਿ ਗਿਆ, ਮੈਂ ਤਾਂ ਸੇਵਾ ਵੀ 2 ਵਕਤ ਕਰਕੇ ਆਉਣਾ ਵਾਂ, ਮੈਂ ਤਾਂ ਮਹੀਨਾ ਖਜੂਰ ਸਾਹਿਬ ਵੀ ਲਾ ਆਉਣਾ, ਹਰਿਮੰਦਰ ਸਾਹਿਬ ਵੀ ਮੈਂ ਕਈ ਦਿਨ ਭਾਂਡੇ ਮਾਂਜੇ ਨੇ, ਮੈਂ ਤਾਂ ਫਲਾਣੇ ਮੰਦਰ ਵਿੱਚ ਜਾ ਕੇ ਵੀ ਮੈਂ ਕਿੰਨਾ ਸੇਵਾ ਉੱਥੇ ਕੀਤੀ, ਦਾਨ ਪੁੰਨ ਬੜਾ ਕੀਤਾ, ਮੈਨੂੰ ਤਾਂ ਉਹ ਪਦਵੀ ਮਿਲੀ ਨਹੀਂ, ਮੇਰੇ ਤੇ ਬੱਚੇ ਉਹਨੇ ਲਾਇਕ ਨਹੀਂ, ਮੇਰੇ ਕੋਲ ਤਾਂ ਇੰਨਾ ਵੱਡਾ ਘਰ ਨਹੀਂ, ਕਾਰੋਬਾਰ, ਉਹ ਕੁਝ ਵੀ ਨਹੀਂ ਕਰਦਾ। ਇਹ ਈਰਖਾ ਵਸ ਹੋ ਕੇ ਅਸੀਂ ਅੰਦਰੋਂ ਹਿੱਲ ਜਾਂਦੇ ਹਾਂ, ਹਿੱਲ ਗਏ ਪੂਰੇ ਦੇ ਪੂਰੇ। ਸਾਹਿਬ ਕਹਿੰਦੇ ਏਕ ਸਿਉ ਜਾਕਾ ਮਨ ਰਾਤਾ, ਵਿਸਰੈ ਤਿਸੈ ਪਰਾਈ ਤਾਤਾ। ਕਹਿੰਦੇ ਜਿਹਦਾ ਇੱਕ ਨਾਲ ਪਿਆਰ ਹੋਏਗਾ ਨਾ ਸੱਚੀ ਮੁੱਚੀ, ਉਹਦੇ ਅੰਦਰ ਕਦੇ ਈਰਖਾ ਨਹੀਂ ਹੋਏਗੀ। ਭਈ ਦੂਜੇ ਦੇ ਘਰ ਵਿੱਚ ਮੇਰੇ ਨਾਲ ਵੱਧ ਕਿਉਂ ਹੈ, ਮੇਰੇ ਕੋਲ ਘੱਟ ਕਿਉਂ ਹੈ, ਦੂਸਰੇ ਦਾ ਇੱਜ਼ਤ ਮਾਣ ਵੱਧ ਅਤੇ ਮੇਰਾ ਘੱਟ ਕਿਉਂ ਹੈ, ਦੂਸਰੇ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਅਤੇ ਮੇਰਾ ਕਿਉਂ ਹੈ। ਉਹਨੂੰ ਤਾਂ ਇੱਕੋ ਗੱਲ ਦੀ ਫਿਕਰ ਕਿ ਜਿਹਦੇ ਅੰਦਰ ਪਿਆਰ ਹੈ ਵੀ ਕਿਹੜਾ ਕੰਮ ਕਰਕੇ ਮੇਰਾ ਅੰਦਰ ਵਾਹਿਗੁਰੂ ਦੇ ਨੇੜੇ ਖੋ ਰਿਹਾ ਹੈ ਅਤੇ ਕਿਹੜਾ ਕੰਮ ਕਰਕੇ ਦੂਰ ਖੋ ਰਿਹਾ ਹੈ। ਜਿੱਥੋਂ ਵੀ ਲੱਗੇਗਾ ਨਾ ਪਿਆਰਿਆਂ ਨੂੰ ਵੀ ਆਹ ਪੈਸਾ ਆਇਆ ਪਰ ਮੇਰੇ ਅੰਦਰੋਂ ਵਾਹਿਗੁਰੂ ਲਈ ਪਿਆਰ ਘਟ ਗਿਆ ਹੈ, ਮਹਾਰਾਜ ਜੀ ਲਈ ਖਿੱਚ ਘਟ ਗਈ, ਇੱਕਦਮ ਉਹ ਕੰਮ ਛੱਡੇਗਾ, ਉਹ ਪੈਸੇ ਨੂੰ ਘਰ ਨਹੀਂ ਵਾੜੇਗਾ, ਉਸ ਇੱਜ਼ਤ ਨੂੰ, ਉਸ ਪਦਵੀ ਨੂੰ ਬਿਲਕੁਲ ਉਹਦਾ ਅੰਦਰ ਪ੍ਰਵਾਨ ਹੀ ਨਹੀਂ ਕਰੇਗਾ। ਦੋ ਚੀਜ਼ਾਂ ਹੁੰਦੀਆਂ, ਇੱਕ ਤੇ ਖੁੰਦੀ ਸਤਿਗੁਰੂ ਕਹਿੰਦੇ ਨੇ ਪਰਾਈ ਤਾਤ, ਦੂਸਰਿਆਂ ਨੂੰ ਵੇਖ ਕੇ ਸਾਡਾ ਅੰਦਰ ਡੋਲ, ਮੰਨੀਏ ਭਾਵੇਂ ਨਾ, ਪਰ ਖੁੰਦਾ ਅੰਦਰ ਇਹ ਕਮਜ਼ੋਰੀ। ਤਾਂ ਅਸੀਂ ਤੁਰਦੇ ਤੁਰਦੇ ਕਹਿੰਦੇ ਨਾ ਫਲਾਣਾ ਬੰਦਾ ਬੜਾ ਚੰਗਾ ਖੁੰਦਾ ਸੀ, ਹੁਣ ਤਾਂ ਨਿਰਾਸ਼ ਹੋ ਕੇ ਘਰ ਬਹਿ ਗਿਆ, ਨਾ ਕਦੇ ਪਾਠ ਨਾ ਕਦੇ ਗੁਰਦੁਆਰਾ ਸਾਹਿਬ ਜਾਵੇ, ਅੰਮ੍ਰਿਤ ਵੀ ਉਹਨੇ ਛਕਿਆ ਸੀ ਉਹ ਵੀ ਲਾਹ ਦਿੱਤਾ, ਪਰਾਂ ਖੋ ਗਿਆ। ਉਹਦਾ ਕਾਰਨ ਅਜੇ ਗੁਰੂ ਨੂੰ ਪਿਆਰ ਕੀਤਾ ਹੀ ਨਹੀਂ ਸੀ, ਅੰਦਰ ਇਹ ਅੱਗ ਬਲਦੀ ਸੀ। ਦੂਸਰਾ ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਕਹਿੰਦੇ ਵਿਸ਼ਵਾਸ ਦੀ ਘਾਟ ਹੁੰਦੀ ਹੈ। ਜਿਨ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਨਾ ਸਤਿਗੁਰੂ ਪਰਮੇਸ਼ਰ 'ਤੇ ਵੀ ਮੈਂ ਸ੍ਰਿਸ਼ਟੀ ਦੇ ਮਾਲਕ ਦਾ ਲੜ ਪਕੜਿਆ, ਮੇਰਾ ਗੁਰੂ ਨਾਨਕ ਸਾਹਿਬ ਉਹ ਹੈ ਜਿਹੜਾ 2 ਜਖਾਨਾਂ ਦੀ ਦੌਲਤ ਦਿੰਦਾ ਹੈ, ਮੇਰਾ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਉਹ ਹੈ ਜਿਹੜਾ ਮੇਰੇ ਅਤੇ ਮੇਰੀਆਂ ਪੁਸ਼ਤਾਂ ਨੂੰ ਸੁੱਖ ਦਿੰਦਾ ਹੈ। ਉਹਦੇ ਸੁੱਖ ਦੇਣ ਦਾ ਖੁਰੇ ਹੀ ਢੰਗ ਹੋਏਗਾ ਵੀ ਮੈਂ ਗਰੀਬੀ ਵਿੱਚ ਰਵਾਂ, ਉਹ ਪ੍ਰਵਾਨ ਕਰਨਗੇ, ਉਹਨੂੰ ਕਦੇ ਗਰੀਬੀ ਤੰਗ ਨਹੀਂ ਕਰੇਗੀ। ਭਾਈ ਮੰਝ ਵਰਗੇ ਤੇ ਸਾਰਾ ਕੁਝ ਲੁਟਾ ਦਿੰਦੇ ਨੇ, ਉਹਨਾਂ ਦਾ ਵਿਸ਼ਵਾਸ ਹੈ। ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੋਵੇ ਨਾ ਪਿਆਰਿਓ, ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਉਹ ਤਾਂ ਮੰਗਦੇ ਹੀ ਨਹੀਂ ਕੁਛ ਹੋਰ, ਉਹ ਤਾਂ ਕਹਿੰਦੇ ਵਾਰ ਵਾਰੋਂ ਅਨਕ ਡਾਰੋ, ਸੁਖ ਪ੍ਰੈ ਸੁਹਾਗ ਪਲਕ ਰਾਤ ਰਹਾਉ। ਕਹਿੰਦੀ ਕਿ ਜੇ ਅਕਾਲ ਪੁਰਖ ਵਾਹਿਗੁਰੂ ਜੀ
ਮੈਨੂੰ ਤੁਹਾਡੇ ਚਰਨਾਂ ਦਾ ਇੱਕ ਪਲਕ ਜਿੰਨਾ ਵੀ ਸੁੱਖ ਮਿਲੇ, ਇੱਕ ਰਾਤ ਦਾ ਮੈਨੂੰ ਪਲਕ ਜਿਤਨਾ ਵੀ ਸੁਹਾਗ ਦਾ ਸੁੱਖ ਮਿਲ ਜਾਏ, ਤੁਹਾਡੀ ਸ਼ੋਭ ਮਿਲ ਜਾਏ, ਤੇ ਮੇਰੇ ਕੋਲ ਜੋ ਖੋਜੇ ਮੈਂ ਸਾਰਾ ਕੁਝ ਵਾਰ ਦਿਆਂਗਾ। ਅਨਕ ਡਾਰੂ ਮੈਂ ਵਾਰਾਂਗਾ, ਕੁਰਬਾਨ ਕਰਾਂਗਾ, ਸਭੋ ਕੁਝ ਮੈਂ ਆਪਣੇ ਵੱਲੋਂ ਸੁੱਟ ਦਿਆਂਗਾ, ਛੱਡ ਦਿਆਂਗਾ। ਮੈਨੂੰ ਇੱਕ ਸ਼ੋਭ ਪਲਕ ਕੁ ਸਮਾਂ ਦੇ ਦੇ। ਘੜੀਆਂ ਨਹੀਂ, ਸਾਲ ਨਹੀਂ ਮੰਗੇ, ਪਲਕ ਕੁ ਜਿਤਨਾ ਸਮਾਂ। ਉਹਨੂੰ ਕਹਿੰਦੇ ਨਾ ਸੱਚਾ ਪਿਆਰ ਤੇ ਵਿਸ਼ਵਾਸ। ਕਹਿੰਦੇ ਕਨਕ ਮੰਦਰ ਪਾਠ ਸੇਜ ਸਖੀ ਮੋਏ ਨਾਹੇ, ਇਨ ਸਿਉ ਤਾਤ ਮੈਨੂੰ ਕੋਈ ਕੰਮ ਨਹੀਂ। ਕੋਈ ਸੋਨੇ ਦੇ ਮਹਿਲ ਖੋਣ, ਵਧੀਆ ਕੀਮਤੀ ਮੈਂ ਕੱਪੜੇ ਪਾਵਾਂ, ਮੇਰੀਆਂ ਸੇਜਾਂ ਸੋਹਣੀਆਂ ਖੋਣ ਬੜੀਆਂ ਕੀਮਤੀ, ਮੈਨੂੰ ਇਹਦੇ ਨਾਲ ਕੋਈ ਵਾਹ ਨਹੀਂ। ਮੁਕਤ ਮਾਲ ਮੁਕਤ ਲਾਲ, ਅਨਕ ਭੋਗ ਬਿਨ ਨਾਮ ਨਾਨਕ ਖਾਲ। ਕਹਿੰਦੇ ਮੋਤੀਆਂ ਨਾਲ, ਲਾਲਾਂ ਨਾਲ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਮੇਰੇ ਕੋਲ ਜੇ ਖੋਣ ਜਾਂ ਨਾ ਖੋਣ ਮੇਰਾ ਕੋਈ ਵਾਸਤਾ ਨਹੀਂ। ਇਹ ਨਾਮ ਤੋਂ ਬਗੈਰ ਇਹਨੂੰ ਸਾਰੇ ਬੜੇ ਦੁੱਖਦਾਈ ਜਾਪਦੇ ਨੇ, ਇਹ ਤਾਂ ਰੋਗ ਨੇ। ਕਹਿੰਦੇ ਮੈਨੂੰ ਕੀ ਚਾਹੀਦਾ, ਰੁੱਖੋ ਭੋਜਨ, ਭਾਵੇਂ ਰੁੱਖਾ ਜਾਂ ਭੋਜਨ ਮਿਲ ਜਾਏ। ਭੂਮ ਸੈਨ ਸਖੀ, ਮੈਨੂੰ ਜ਼ਮੀਨ 'ਤੇ ਸੌਣਾ, ਮੇਰੇ ਕੋਲ ਮਕਾਨ, ਕੋਈ ਬਿਸਤਰੇ, ਕੋਈ ਚੰਗੇ ਕੱਪੜੇ ਨਾ ਖੋਣ, ਮੈਨੂੰ ਰੁੱਖੀ ਸੁੱਖੀ ਭੋਜਨ ਮਿਲ ਜਾਏ, ਰੋਟੀ ਮਿਲ ਜਾਏ, ਮੈਂ ਜ਼ਮੀਨ 'ਤੇ ਸੌ ਲਾਂਗਾ। ਪਰ ਪ੍ਰੈ ਸੰਗ ਸੁਖ ਵਿਖਾਤ, ਜੇ ਮੈਨੂੰ ਤੇਰਾ ਪਿਆਰ ਮਿਲੇ ਤੇ ਮੈਂ ਆਖਾਂਗਾ ਮੇਰੇ ਕੋਲ ਕਿਹੜਾ ਸੁੱਖ ਹੈ ਜਿਹੜਾ ਮੌਜੂਦ ਨਹੀਂ। ਪਰ ਪਿਆਰਿਓ ਇਹ ਸਾਰਿਆਂ ਵਿੱਚ ਤੇ ਨਹੀਂ ਨਾ ਹੁੰਦਾ। ਸਾਰਿਆਂ ਬਾਰੇ ਤੇ ਸਾਹਿਬ ਕਹਿੰਦੇ ਡੋਲਦੇ ਨੇ, ਡੋਲਣ ਖਾਰ ਨੇ ਨਿਸ ਦਿਨ ਮਾਹਾਕਾਰ ਨੇ, ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਅਸੀਂ ਪਿਆਰ ਪਾਈਏ ਮਹਾਰਾਜ ਨਾਲ, ਵਾਹਿਗੁਰੂ ਨੂੰ ਸਿਮਰਨ ਕਰੀਏ ਤੇ ਉਹਦੇ ਪਿਆਰ ਲਈ, ਗੁਰਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਨੂੰ ਮਿਲਣ ਲਈ, ਸੇਵਾ ਕਰੀਏ ਤੇ ਆਪਣੀ ਖੋਮੇ ਖਤਮ ਕਰਨ ਲਈ, ਨਾ ਕਿ ਕੇਵਲ ਲਾਲਚ ਨੂੰ ਸਾਹਮਣੇ ਰੱਖ ਕੇ ਤੁਰੀਏ। ਉਹ ਤਾਂ ਮਗਰੇ ਮਗਰ ਚੀਜ਼ਾਂ ਆਪਣੇ ਆਪ ਆਉਣੀਆਂ ਨੇ, ਪਰ ਉਹ ਸਾਡੇ ਭਲੇ ਲਈ ਕਈ ਵਾਰ ਸਾਨੂੰ ਅਮੀਰੀ ਦੇਣਗੇ, ਕਈ ਵਾਰ ਗਰੀਬੀ ਦੇਣਗੇ, ਉਹਨਾਂ ਦੀ ਮੌਜ ਹੈ। ਕਈ ਵਾਰ ਗੁਰੂ ਕੇ ਪਿਆਰਿਓ ਬੜੀਆਂ ਵੱਡੀਆਂ ਪਦਵੀਆਂ 'ਤੇ ਬਿਠਾਉਣਗੇ ਤੇ ਕਦੇ ਉਹ ਪਦਵੀਆਂ ਖੋਹ ਹੀ ਲੈਣਗੇ, ਇਹ ਤਾਂ ਉਹਨਾਂ ਦੀ ਮੌਜ ਹੈ ਨਾ। ਪਰ ਸਾਡਾ ਕੰਮ ਹੁੰਦਾ ਲਗਾਤਾਰ ਉਹਦੇ ਨਾਲ ਪਿਆਰ ਕਰਕੇ ਤੁਰੇ ਜਾਣਾ। ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਏਕ ਸਿਉ ਜਾਕਾ ਮਨ ਰਾਤਾ, ਵਿਸਰੈ ਤਿਸੈ ਪਰਾਈ ਤਾਤਾ। ਇੱਕ ਤਾਂ ਪਰਾਈ ਤਾਤ ਮੁੱਕੇਗੀ ਜੇ ਵਾਹਿਗੁਰੂ ਨੂੰ ਅੰਦਰੋਂ ਪਿਆਰ ਕਰਾਂਗੇ। ਇਹ ਪਰਾਈ ਤਾਤ ਪਿਆਰ ਨਹੀਂ ਕਰਨ ਦਿੰਦੀ, ਇਹ ਲਾਲਚੀ ਬਣਾਉਂਦੀ, ਸਾੜਾ ਪਾਉਂਦੀ। ਦੂਸਰਾ ਇਹ ਜਾਕੈ ਹਰ ਤਨ ਸੋ ਸੱਚ ਸ਼ਾਹ, ਜਿਹਦੇ ਕੋਲ ਨਾਮ ਤਾਂ ਨਹੀਂ ਸੱਚਾ ਸ਼ਾਹ ਤੇ ਉਹ ਹੈ ਗੁਰ ਪੂਰੇ ਕਰ ਦੀਨੋ ਵਿਸਾ। ਪੂਰਾ ਗੁਰੂ ਜਿਹੜਾ ਹੈ ਨਾ, ਉਹ ਜੋ ਬਚਨ ਕਹੇ ਉਹਦੇ 'ਤੇ ਵਿਸ਼ਵਾਸ ਕਰੀਏ, ਡੋਲੀਏ ਨਾ। ਜੋ ਵੀ ਸਤਿਗੁਰੂ ਜੀ ਬਚਨ ਕਰਦੇ ਨੇ, ਸਾਡਾ ਕੰਮ ਹੈ ਉਸ ਬਚਨ ਨੂੰ ਕਮਾਣਾ ਵਿਸ਼ਵਾਸ ਕਰਕੇ, ਭਈ ਸਤਿਗੁਰੂ ਜੀ ਜਿਸ ਹਾਲਤ ਵਿੱਚ ਵੀ ਰੱਖ ਰਹੇ ਨੇ ਉਹਦੇ ਵਿੱਚ ਮੇਰਾ ਭਲਾ ਹੀ ਭਲਾ ਹੈ। ਪਰ ਇਹ ਗੱਲਾਂ ਨਾਲ ਨਹੀਂ ਆਉਣੀ ਗੱਲ, ਅੰਦਰ ਵਿਸ਼ਵਾਸ ਬਣਨਾ, ਸੋਚਣ ਨਾਲ ਨਹੀਂ ਬਣਨਾ, ਗੁਰੂ ਕੇ ਪਿਆਰਿਓ ਸਲਾਹਾਂ ਨਾਲ ਨਹੀਂ ਬਣਨਾ। ਇਹ ਕਿਵੇਂ ਜਿਹੜੀ ਡੋਲਣ ਵਾਲੀ ਬਿਰਤੀ ਏ, ਇਹ ਕਿਵੇਂ ਸਥਿਰ ਹੋਏਗੀ? ਪਿਛ ਡੋਲੀਏ ਨਾ, ਸਾਡਾ ਅੰਦਰ ਅਡੋਲ ਹੋਵੇ। ਉਹਦੇ ਲਈ ਸਤਿਗੁਰੂ ਜੀ ਨੇ ਦੋ ਬਚਨ ਕਹੇ ਨੇ। ਸਾਹਿਬ ਕਹਿੰਦੇ ਮਨ ਕਮਾਵੇ ਮੁਖ ਹਰ ਹਰ ਬੋਲੇ, ਸੋ ਜਨ ਇਤ ਉਤ ਕਤੈ ਨਾ ਡੋਲੇ। ਉਹ ਕਦੇ ਵੀ ਇੱਧਰ ਉੱਧਰ ਡੋਲੇਗਾ ਨਹੀਂ। ਜਿਹਦੇ ਮੁਖ ਵਿੱਚ ਵੀ ਵਾਹਿਗੁਰੂ ਹੋਵੇ ਅਤੇ ਜਿਹਦੇ ਮਨ ਵਿੱਚ ਵੀ ਵਾਹਿਗੁਰੂ ਸ਼ਬਦ ਹੋਵੇ, ਦੋਵੇਂ ਜ਼ੁਬਾਨ 'ਤੇ ਵੀ ਵਾਹਿਗੁਰੂ ਹੋਵੇ ਅਤੇ ਅੰਦਰ ਵੀ ਵਾਹਿਗੁਰੂ ਹੋਵੇ। ਇਹ ਨਹੀਂ ਅੰਦਰ ਤਾਂ ਕੇਵਲ ਦੁਨੀਆ ਦੇ ਖਾਸ਼ਾਂ ਖੋਣ, ਜ਼ੁਬਾਨ 'ਤੇ ਕੇਵਲ ਵਾਹਿਗੁਰੂ ਰੱਖੀਏ, ਫਿਰ ਨਹੀਂ ਇਹ ਕਹਾਣੀਆਂ ਬਣਦੀਆਂ। ਨਾਵੇਂ ਗੁਰਦੇਵ ਪਿਤਾ ਜੀ ਨੇ ਜਿਹੜਾ ਬਚਨ ਕਿਹਾ ਨਾ, ਕਰੋੜਾਂ 'ਚੋਂ ਪਿਆਰਿਓ ਉਧਰ ਤੁਰੀਏ। ਹਾਂ, ਪਹਿਲੀ ਗੱਲ ਤਾਂ ਇਹ ਬਾਹਰਲੇ ਪੱਖ। ਹੁਣ ਜਦੋਂ ਇਸ ਦੀ ਗਹਿਰਾਈ ਵਿੱਚ ਅਗਲਾ ਕਦਮ ਵੇਖਦੇ ਹਾਂ ਨਾ, ਮੰਨ ਲਓ ਪਿਆਰ ਪੈ ਗਿਆ, ਇਤਿਹਾਸ ਸਾਡੇ ਸਾਹਮਣੇ ਹੈ, ਸਾਡੀ ਕੋਈ ਮੰਗ ਨਹੀਂ, ਪੈਸਾ ਵੀ ਛੱਡਿਆ, ਸ਼ੋਹਰਤ ਵੀ ਨਹੀਂ ਚਾਹੀਦੀ, ਸਾਨੂੰ
ਨਾ ਸਾਡੇ ਅੰਦਰ ਕੋਈ ਈਰਖਾ ਤੇ ਸਾੜਾ ਖੋਵੇ, ਦੂਸਰੇ ਤੀਸਰੇ ਨਾਲੋਂ ਕੁਝ ਨਾ ਖੋਵੇ। ਦਿਨੇ ਰਾਤ ਅਸੀਂ ਤੁਰੇ ਜਾਈਏ ਰੱਬ ਦੇ ਰਾਹ 'ਤੇ, ਹਾਲਾਤ ਚੰਗੇ ਬਣਨ ਮਾੜੇ ਬਣਨ, ਫਿਰ ਵੀ ਖਤਰਾ ਮਾਇਆ ਫਿਰ ਵੀ ਟੁਲਾਉਂਦੀ ਏ। ਫਿਰ ਵੀ ਕੋਈ ਡੋਲਣ ਵਾਲੀ ਬਿਰਤੀ ਅਜੇ ਹੈ। ਸਤਿਗੁਰੂ ਫਿਰ ਨਾ ਪਰਚੇ ਪਾਉਂਦੇ, ਟੈਸਟ ਕਰਦੇ ਨੇ, ਵੇਖਦੇ ਨੇ ਸੱਚਮੁੱਚ ਅੰਦਰੋਂ ਡੋਲ ਏ ਕਿ ਡੋਲ ਗਿਆ, ਇਹਦਾ ਸਾਡੇ ਨਾਲ ਪਿਆਰ ਏ ਕਿ ਅਜੇ ਇਹ ਦੁਨੀਆ ਨੂੰ ਚਾਹੁੰਦਾ। ਉਹ ਜਿਹੜਾ ਟੈਸਟ ਪਾਉਂਦੇ ਨੇ ਉੱਥੇ ਫਿਰ ਗੁਰੂ ਕੇ ਪਿਆਰਿਓ ਵਿਰਲੇ ਕੀ ਪਾਸ ਹੁੰਦੇ। ਪਾਸ ਕੇਵਲ ਉਹ ਹੁੰਦਾ ਏ ਜਿਹੜਾ ਲਗਾਤਾਰ ਅੰਤਲੇ ਦਮ ਤੱਕ ਸਤਿਗੁਰੂ 'ਤੇ ਭਰੋਸਾ ਕਰਕੇ ਉਹਦੇ ਚਰਨਾਂ 'ਚ ਡਿੱਗਿਆ ਹੀ ਰਹੇ। ਕਦੇ ਇਹ ਨਾ ਕਵੇ ਵੀ ਮੈਂ ਹੁਣ ਠੀਕ ਹਾਂ, ਮੇਰੀ ਤੇ ਕੋਈ ਮੰਗ ਨਹੀਂ। ਨਹੀਂ ਪਿਆਰਿਓ, ਦਿਸਦੀ ਨਹੀਂ ਪਰ ਅੰਦਰ ਹੋ ਸਕਦਾ ਜੰਮੀ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਤੇ ਕਿਸੇ ਨੂੰ ਕੁਛ ਆ ਕੇ ਕਿੰਨੀ ਉੱਚੀ ਖਸਤੀ ਹੈ, ਠੀਕ ਉਹਨਾਂ ਨਾਲ ਭਾਈ ਸ਼ਬਦ ਜੁੜਿਆ ਏ, ਪਰ ਅੰਦਰੋਂ ਉਹ ਪੂਰਨ ਦੀ ਪਦਵੀ ਤੱਕ ਪਹੁੰਚਣ ਵਾਲੇ ਨੇ। ਸਤਿਗੁਰੂ ਜੀ ਨੇ ਕਿੰਨਾ ਉਹਨਾਂ ਨੂੰ ਮਾਣ ਦਿੱਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਵਿੱਚ ਪਰਮੇਸ਼ਰ ਦੀ ਜੋਤ ਵਰਤਣੀ ਏ, ਉਹਨਾਂ ਦੀ ਸੇਵਾ ਕਲਮ ਦੇ ਰਾਹੀਂ ਸਭ ਤੋਂ ਪਹਿਲਾਂ ਲੈਣੀ। ਧੰਨ ਗੁਰੂ ਅਰਜਨ ਸਾਹਿਬ ਨੇ ਕੋਈ ਛੋਟੀ ਗੱਲ ਏ, ਸਿੱਖੀ ਦੇ ਪ੍ਰਚਾਰ ਲਈ ਤੋਰਿਆ ਹੈ। ਜਿੱਧਰ ਜਾਂਦੇ ਨੇ ਉਹਨਾਂ ਰਾਹਾਂ 'ਤੇ ਗੁਰਸਿੱਖੀ ਦੀ ਖੁਸ਼ਬੂ ਫੈਲਤੀ ਜਾਂਦੀ ਏ, ਕੋਈ ਛੋਟੀ ਜੀ ਗੱਲ ਏ। ਜੇ ਪ੍ਰਿਥੀ ਚੰਦ ਨੇ ਗੁਰੂ ਕੇ ਲੰਗਰਾਂ ਨੂੰ ਬੰਦ ਕਰਾਉਣਾ ਚਾਹਿਆ, ਗੁਰੂ ਅਰਜਨ ਸਾਹਿਬ ਦਾ ਵਿਰੋਧ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਖਲੋ ਕੇ ਸੰਗਤ ਨੂੰ ਜਾਣੂ ਕਰਵਾਉਂਦੇ ਨੇ। ਤੇ ਪਿਆਰਿਓ ਫਿਰ ਉਹ ਬਹਾਰਾਂ ਆਉਂਦੀਆਂ ਨੇ, ਹਰ ਪੱਖੋਂ ਬਖਸ਼ਿਸ਼ ਹੀ ਬਖਸ਼ਿਸ਼ ਏ। ਪਰ ਸਤਿਗੁਰੂ ਜੀ ਨੇ ਉਹਨਾਂ 'ਤੇ ਪਰਚਾ ਪਾ ਕੇ ਸਾਨੂੰ ਦਿਖਾਇਆ ਉਹ ਸਾਡੇ ਲਈ ਪੂਰਨੇ ਹੁੰਦੇ ਨੇ। ਇਹ ਨਹੀਂ ਵੀ ਉਹਨਾਂ ਲਈ ਕੋਈ ਘਾਟ ਸੀ, ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਦੇ ਪਿਆਰ ਵਿੱਚ ਭਿੱਜਿਆਂ ਇਹ ਬਚਨ ਕਹੇ ਨੇ ਵੀ ਸਿੱਖ ਕਦੇ ਡੋਲਦਾ ਨਹੀਂ। ਸਿੱਖ ਦਾ ਵਿਸ਼ਵਾਸ ਗੁਰੂ 'ਤੇ ਪੂਰਾ ਹੋਣਾ ਚਾਹੀਦਾ ਹੈ। ਸਿੱਖ ਸਿਦਕ ਨਾ ਖਾਰੇ, ਇਹ ਸਿਦਕ ਨੂੰ ਕਦੇ ਖਾਰੋ ਨਾ। ਹੁਣ ਜਦੋਂ ਕੋਈ ਕਹਿ ਰਿਹਾ ਹੈ ਨਾ ਪਿਆਰਿਓ, ਕਹਿਣ ਵਿੱਚ ਵੀ ਖੋਮੇ ਹੋ ਸਕਦੀ ਏ ਜੇ ਆਪਣੇ ਆਪ ਨੂੰ ਸ਼ਾਮਲ ਨਹੀਂ ਕੀਤਾ। ਬਈ ਤੁਸੀਂ ਨਾ ਡੋਲਿਓ ਪਰ ਮੈਂ ਆਪਣੇ ਆਪ ਨੂੰ ਵੱਖ ਰੱਖ ਲਿਆ। ਨਹੀਂ, ਜਦੋਂ ਵੀ ਗੱਲ ਆਵੇਗੀ ਆਪਣੇ ਆਪ ਨੂੰ ਵਿੱਚ ਲੈ ਕੇ ਜਾਗੀ ਆਤਮਾ ਕਹੇਗੀ ਆਪਾਂ ਕਿਸੇ ਵਕਤ ਵੀ ਡੋਲ ਸਕਦੇ ਹਾਂ। ਜੇ ਕਹੀਏ ਤੁਸੀਂ ਡੋਲ ਸਕਦੇ ਹੋ, ਬਚੋ, ਇਹਦਾ ਮਤਲਬ ਖੋਮੇ ਇਧਰ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ 4 ਪੌੜੀਆਂ ਦੇ ਅੰਦਰ ਪਾਰਾਂ ਵਿੱਚ ਵੀ ਸਤਿਗੁਰੂ ਜਿਹੜਾ ਮਰਜ਼ੀ ਰੂਪ ਵਟਾ ਲਵੇ, ਸਿੱਖ ਨੂੰ ਸਿਦਕ ਨਹੀਂ ਖਾਰਨਾ ਚਾਹੀਦਾ, ਕਦੇ ਡੋਲਤਾ ਨਹੀਂ। ਸਤਿਗੁਰਾਂ ਨੇ ਪਰਚਾ ਪਾ ਦਿੱਤਾ। ਮਹਾਰਾਜ ਜੀ ਦੀ ਮੌਜ ਸੀ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਹੁਣ ਸਾਨੂੰ ਘੋੜਿਆਂ ਦੀ ਲੋੜ ਏ। ਪਹਿਲੀ ਸੇਵਾ ਹੋ ਗਈ, ਹੁਣ ਅਸੀਂ ਇਹ ਵੀ ਸੇਵਾ ਤੁਹਾਡੇ ਤੋਂ ਲੈਣੀ। ਤੁਸੀਂ ਦੇਖੋ ਨਾ 6ਵੇਂ ਸਤਿਗੁਰਾਂ ਦੀ ਮੌਜ। ਜਿਹੜੇ ਕਲਮ ਚਲਾਉਂਦੇ ਸਨ ਉਹਨਾਂ ਨੂੰ ਕਹਿੰਦੇ ਤੁਸੀਂ ਘੋੜੇ ਖਰੀਦ ਕੇ ਲਿਆਓ, ਸ਼ਸਤਰ ਤੇ ਘੋੜੇ। ਤੇ ਜਿਹੜੇ ਭਾਈ ਬਿਧੀ ਚੰਦ ਸਾਹਿਬ ਵਰਗੇ ਘੋੜਿਆਂ ਦੇ ਜਾਣੂ ਹਨ ਜਾਂ ਸ਼ਸਤਰਾਂ ਦੇ ਪਿਆਰੇ ਨੇ, ਉਹਨਾਂ ਨੂੰ ਕਹਿੰਦੇ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਸਾਰੇ ਗੁਣਜੂ ਭਰਨੇ ਹੋਏ ਤੇ ਨਾਲੇ ਖੇਡ। ਜਦੋਂ ਭਾਈ ਗੁਰਦਾਸ ਸਾਹਿਬ ਨੂੰ ਬਹੁਤ ਸਾਰੀ ਪੈਸਾ ਦਿੱਤਾ ਗਿਆ, ਉਹਨਾਂ ਨੂੰ ਖੱਚਰਾਂ ਤੇ ਲੱਦਾ ਜਿਵੇਂ ਉਦੋਂ ਸਿੱਕੇ ਹੁੰਦੇ ਸਨ, ਤੇ ਜਦੋਂ ਗਏ ਨੇ ਖਰੀਦਣ ਘੋੜੇ, ਤਾਂ ਉਹਨਾਂ ਨੇ ਘੋੜਿਆਂ ਦਾ ਵਪਾਰ ਜਿੱਥੇ ਤੰਬੂਆਂ 'ਚ ਰਹਿੰਦੇ ਸੀ, ਤੰਬੂ 'ਚ ਪੈਸੇ ਰੱਖੇ ਨੇ, ਇੱਕ 'ਚ ਦੂਸਰੇ ਤੰਬੂ 'ਚ ਆਪ ਨੇ, ਨਾਲ ਕਾਫੀ ਸਾਰੇ ਹੋਰ ਸਿੱਖ ਗਏ ਹੋਏ ਨੇ। ਜਦੋਂ ਘੋੜਿਆਂ ਦਾ ਵਪਾਰ ਕੀਤਾ, ਸੌਦਾ ਤੈਅ ਹੋ ਗਿਆ, ਘੋੜੇ ਖਰੀਦ ਲਏ। ਜਦੋਂ ਪੈਸੇ ਚੁਕਾਉਣ ਲਈ ਆਏ ਤੇ ਕਹਿਣ ਲੱਗੇ ਲਿਆਓ ਭਾਈ ਉਹ ਪੈਸੇ ਗਿਣੀਏ। ਜਦੋਂ ਪੰਡ ਖੋਲ੍ਹੀ ਤੇ ਉਹਦੇ 'ਚ ਠੀਕਰੀਆਂ ਭਰੀਆਂ ਸਨ। ਕਹਿਣ ਲੱਗੇ ਕੀ ਹੋਇਆ? ਮੈਂ ਤਾਂ ਘੋੜੇ ਖਰੀਦ ਕੇ ਤੋਰ ਦਿੱਤੇ ਨੇ, ਬਾਅਦ 'ਚ ਪੈਸੇ ਦੇਣੇ ਸਨ ਵੀ ਦੇ ਕੇ ਬਾਕੀ ਕੁਝ ਹੋਰ ਕੰਮ ਕਾਰ ਕਰਨੇ ਸਨ, ਕਰਾਂਗੇ। ਇਹ ਕੀ ਹੋਇਆ ਮੇਰੇ ਨਾਲ? ਇਹ ਤਾਂ ਪੈਸੇ ਨਹੀਂ, ਇਹ ਤਾਂ ਮੇਰੀ ਬੇਇੱਜ਼ਤੀ ਹੋਏਗੀ। ਉਹ ਕੀ ਕਹਿਣਗੇ ਵੀ ਸਿੱਖ ਝੂਠ ਬੋਲਦਾ, ਉਹ ਕੀ ਕਹਿਣਗੇ ਇਹ ਠੀਕਰੀਆਂ ਲੈ ਫਿਰਦਾ ਸੀ, ਧੋਖੇਬਾਜ਼ ਏ। ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ, ਖਿਆਲਾਂ ਨੇ ਇੰਨਾ ਕੁ ਜ਼ੋਰ ਪਾਇਆ, ਕੋਈ ਸਮਝ ਨਾ ਆਈ। ਤੰਬੂ ਦਾ ਪਿਛਲਾ ਪਾਸਾ ਖੋਲ੍ਹਿਆ ਤੇ ਉੱਥੋਂ ਚਲੇ ਗਏ।
ਸਤਿਗੁਰੂ ਵੱਲ ਨਹੀਂ ਗਏ, ਬਨਾਰਸ ਵੱਲ ਚਲੇ ਗਏ। ਬਾਅਦ 'ਚ ਉਹ ਉਡੀਕਦੇ ਰਹੇ ਬਾਕੀ ਸਿੱਖ ਵੀ, ਅਤੇ ਉਹ ਵਪਾਰੀ ਵੀ ਆਏ ਨਹੀਂ। ਤਾਂ ਪਤਾ ਜਦੋਂ ਅੰਦਰ ਗਏ, ਕਹਿਣ ਲੱਗੇ ਪਤਾ ਨਹੀਂ ਕਿਉਂ, ਕਹਿੰਦੇ ਚਲੋ ਪੈਸਾ ਸਾਡੀ ਜ਼ਿੰਮੇਵਾਰੀ ਏ, ਜਿੰਨੇ ਦਾ ਤੈਅ ਹੋਇਆ ਦਈਏ। ਉਹ ਠੀਕਰੀਆਂ ਨਹੀਂ, ਉਹ ਫਿਰ ਪੈਸੇ ਸਨ। ਉਹ ਗਿਣਤੀ ਕਰਕੇ ਉਹਨਾਂ ਨੇ ਤੇ ਪੈਸੇ ਪੂਰੇ ਦੇ ਦਿੱਤੇ। ਪਰ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਉਸ ਗੱਲ ਤੋਂ ਜਿਹੜੀ ਜ਼ੁਬਾਨ 'ਚੋਂ ਕਿਧਰੇ ਨਿਕਲ ਗਈ ਸੀ, ਉਹ ਦਿਖਾ ਦਿੱਤਾ ਸਤਿਗੁਰੂ ਜੀ ਨੇ। ਕਦੇ ਵੀ ਕੋਈ ਆਦਮੀ ਡੋਲ ਸਕਦਾ, ਤੁਸੀਂ ਡੋਲ ਗਏ। ਜੇ ਸਤਿਗੁਰੂ ਕੋਈ ਕੌਤਕ ਵਰਤਾਏ ਜਾਂ ਮਾਇਆ ਇੰਨੀ ਪ੍ਰਬਲ ਹੈ ਆਪਣੀ ਕੋਈ ਖੇਡ ਰਚੇ, ਜੇ ਗੁਰੂ ਹੀ ਬਚਾਵੇ ਤੇ ਕੋਈ ਬਚ ਸਕਦਾ, ਕੋਈ ਦਾਵਾ ਨਹੀਂ ਕਰ ਸਕਦਾ। ਪਿਆਰਿਓ, ਜਦੋਂ ਦਾਵਾ ਆ ਜਾਏ ਨਾ, ਬਸ ਉਦੋਂ ਅਸੀਂ ਮਾਰੇ ਗਏ। ਪਤਾ ਨਹੀਂ ਅਸੀਂ ਕਿਉਂ ਨਿੱਕੇ ਨਿੱਕੇ ਥੋੜ੍ਹੇ ਸਾਡੇ ਕੋਲ ਕਮਾਈਆਂ ਖੁੰਦੀਆਂ ਸੇਵਾ ਸਿਮਰਨ ਪਾਠ ਦੀਆਂ, ਪਰ ਦਾਅਵੇ ਸਾਡੇ ਵੱਡੇ ਖੁੰਦੇ ਦੂਸਰਿਆਂ ਨੂੰ। ਜਦੋਂ ਅਸੀਂ ਬੜੇ ਭੈੜੀ ਜਿਹੀ ਨਿਗਾਹ ਨਾਲ ਵੇਖਦੇ, ਉਹਦੇ ਨਾਲ ਆਪਾਂ ਨੂੰ ਘਾਟਾ ਪੈਂਦਾ, ਦੂਸਰੇ ਨੂੰ ਨਹੀਂ। ਜਿਹੜਾ ਅੰਮ੍ਰਿਤਧਾਰੀ ਨੇ, ਜੇ ਉਹਨੂੰ ਅਸੀਂ ਹੋਰ ਤਰ੍ਹਾਂ ਵੇਖਦੇ ਹਾਂ ਮਾੜਾ ਅਜਾ ਸਮਝ ਕੇ, ਜਾਂ ਜਿਹੜਾ ਧਰਮ ਦੇ ਵਿੱਚ ਹੈ ਅਜੇ ਪਰਪੱਕ ਨਹੀਂ, ਉਸ ਨੂੰ ਮਰਿਆਦਾ ਪੱਖੋਂ ਐਵੇਂ ਤਰਕਾਰ ਦੇਣਾ, ਨਿਰਾਦਰ ਕਰਨਾ, ਉਹਦੇ ਲਈ ਮਾੜੇ ਸ਼ਬਦ ਵਰਤਣੇ ਆਪਣਾ ਨੁਕਸਾਨ ਹੈ। ਉਹ ਤੇ ਹੋ ਸਕਦਾ ਹੱਥ ਜੋੜ ਕੇ ਕਵੇ ਜੀ ਮੈਂ ਵਾਕਈ ਮਾੜਾ ਸਾਂ, ਮੈਂ ਤਾਂ ਨੀਵਾਂ ਵਾਂ, ਮੈਨੂੰ ਪਰਾਂ ਹੋਣ ਦਿਓ। ਪਰ ਜੇ ਆਪਣੇ ਵੱਲੋਂ ਉਹ ਅੰਦਰ ਖੌਂਕ ਹੈ ਤੇ ਅਸੀਂ ਡੋਲੇ ਹਾਂ, ਮਹਾਰਾਜ ਦੀਆਂ ਖੁਸ਼ੀਆਂ ਨਹੀਂ ਮਿਲਣੀਆਂ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਕਈ ਮਹੀਨੇ ਨਹੀਂ ਸਨ ਮੁੜੇ, ਅੰਦਰੋਂ ਅਰਦਾਸਾਂ ਕੀਤੀਆਂ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਤਿਗੁਰੂ ਜੀ ਕੋਲ ਤਰਲੇ ਤੇ ਤਰਲਾ ਮਿੰਨਤਾਂ, ਕਿਉਂਕਿ ਸਤਿਗੁਰੂ ਅੰਦਰੋਂ ਦਿਖਾ ਦਿੰਦੇ ਨੇ। ਇਹ ਹੈ ਸਾਡਾ ਕੌਤਕ ਸੀ, ਪਰ ਡੋਲ ਗਏ। ਫਿਰ ਉਹਦੇ ਲਈ ਬੇਨਤੀਆਂ ਕਰਕੇ ਸਤਿਗੁਰੂ ਜੀ ਨੇ ਫਿਰ ਬੁਲਾਇਆ ਸੀ। ਮਹਾਰਾਜ ਜੀ ਦੇ ਚਰਨਾਂ 'ਚੋਂ ਖਿਮਾ ਮੰਗੀ ਸੀ, ਦਾਤਾ ਸਿੱਖ ਕਦੇ ਵੀ ਤੇਰੇ ਤੋਂ ਬਗੈਰ ਅਡੋਲ ਨਹੀਂ ਰਹਿ ਸਕਦਾ। ਜੇ ਤੁਸੀਂ ਨਾਲ ਹੋ ਅੱਠੇ ਪੈਰ, ਅਸੀਂ ਅਡੋਲ ਹਾਂ, ਨਹੀਂ ਤੇ ਕਿਸੇ ਵਕਤ ਵੀ ਮਾਇਆ ਕੋਈ ਰੂਪ ਵਟਾ ਕੇ ਡੁਲਾ ਸਕਦੀ ਏ। ਸਦਾ ਹੀ ਕਹੀਏ ਸਤਿਗੁਰੂ ਜੀ, ਜੇ ਤੁਹਾਡੀ ਕਿਰਪਾ ਹੈ ਤੇ ਅਸੀਂ ਡੋਲਣ ਤੋਂ ਬਚਾਂਗੇ, ਨਹੀਂ ਤਾਂ ਸਾਨੂੰ ਕਦੇ ਵੀ ਮਨ ਮਾਇਆ ਪਰਮਾਤਮਾ ਦੀ ਖੇਡ ਡੁਲਾ ਸਕਦੀ ਏ। ਸਦਾ ਹੀ ਹੱਥ ਜੁੜੇ ਰਹਿਣ, ਆਠ ਪੈਰ ਕਰ ਜੋੜ ਰਹੋ, ਤਉ ਪੇਟੈ ਖਰ ਰਾਏਰੀ। ਪਰ ਇਹਦਾ ਇਹ ਨਹੀਂ ਮਤਲਬ ਕਿ ਡਰ ਕੇ ਤੁਰੀਏ ਹੀ ਨਾ। ਸਤਿਗੁਰੂ ਜੀ ਨੇ ਦਰਸਾਇਆ ਈਰਖਾ ਨਾ ਕਰੀਏ ਤੇ ਵਿਸ਼ਵਾਸ ਰੱਖ ਕੇ ਤੁਰੀਏ। ਜਿਸ ਰਾਹ 'ਤੇ ਤੁਰੇ ਹਾਂ, ਇਸ ਰਾਹ 'ਤੇ ਸਤਿਗੁਰੂ ਜੀ ਨੇ ਸੁੱਖ ਹੀ ਸੁੱਖ ਦੇਣੇ ਹਨ ਤੇ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਕਰਨਾ ਹੈ। ਇਹ ਵਿਸ਼ਵਾਸ ਲੈ ਕੇ ਤੁਰਾਂਗੇ ਤੇ ਕਾਮਯਾਬੀਆਂ ਵੀ ਹੋਣਗੀਆਂ। ਸਦਾ ਹੀ ਕਹੀਏ ਤੁਝ ਉਪਰ ਮੇਰਾ ਹੈ ਮਾਣ, ਤੂੰ ਹੈ ਮੇਰਾ ਤਾਣਾ ਰਾਮ। ਸੁਰਤ ਮਤ ਚਤੁਰਾਈ ਤੇਰੀ, ਤੂੰ ਜਾਣਾ ਏ ਜਾਣਾ ਰਾਮ। ਉਹਦੇ ਤੇ ਮਾਣ ਹੋਵੇ, ਆਪਣੇ ਤੇ ਨਹੀਂ। ਉਹਦੇ ਤੇ ਪਿਆਰ ਕਰੀਏ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੂਲ ਚੁਕੈ ਬਾਰਕ ਤੂੰ ਹਰ ਪਿਤਾ ਮਾਇਆ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਜੇ ਡਲ ਇਹਨੇ ਆਪਣੀਆਂ ਸਿਪਾਹੀਆਂ ਤੇ ਫੌਜਾਂ ਤੇ ਮਾਣ ਕੀਤਾ ਤੇ ਪਿਆਰਿਓ ਹਾਰ ਗਿਆ ਸੀ ਬਾਜੀ। ਪਰ ਭਾਈ ਬਚਿੱਤਰ ਸਿੰਘ ਨੇ ਮਾਣ ਕੀਤਾ ਸੀ ਗੁਰੂ ਕਲਗੀਆਂ ਵਾਲੇ ਦੇ ਬਚਨ ਤੇ। ਉਹ ਕਹਿੰਦੇ ਸ਼ਰਾਬੀ ਖਾਥੀ ਨਾਲ ਲੜਨਾ ਹੈ। ਕੇਸਰੀ ਚੰਦ ਰਾਜੇ ਨਾਲ ਪਹਾੜੀਆਂ ਦੀਆਂ ਫੌਜਾਂ ਤਗੜੀਆਂ ਨੇ। 7 ਬਚਨ ਤੇ ਸਿੰਘਾਂ ਪੁੱਛਿਆ ਲੜ ਲਏਗਾ? ਕਹਿੰਦੇ ਬਿਲਕੁਲ ਨਹੀਂ, ਮੈਂ ਲੜਾਂਗਾ। ਜਿਸ ਗੁਰੂ ਦਾ ਬਚਨ ਖੋਰਿਆ ਏ, ਤਾਕਤ ਉਹਨੇ ਦੇਣੀ ਏ, ਮੇਰਾ ਤੇ ਕੇਵਲ ਸਰੀਰ ਖਾ ਜਾ ਰਹੇ। ਬਸ ਇਹਨਾਂ ਕੋ ਨੁਕਤਾ ਚੇਤਾ ਰੱਖੀਏ। ਜੇ ਸਤਿਗੁਰੂ ਜੀ ਦਾ ਬਚਨ ਪਿੱਛੇ ਰੱਖ ਕੇ
ਉਹਨਾਂ 'ਤੇ ਵਿਸ਼ਵਾਸ ਕਰਕੇ ਕੁਝ ਕਰਾਂਗੇ ਫਿਰ ਕਦੇ ਨਹੀਂ ਟੋਲਾਂਗੇ। ਅਤੇ ਜੇ ਆਪਣੀ ਕਿਸੇ ਕਮਾਈ ਜਾਂ ਤਾਕਤ ਨੂੰ ਵੇਖਾਂਗੇ ਫਿਰ ਪਿਆਰਿਓ ਡੋਲ ਜਾਈਦਾ। ਸਤਿਗੁਰੂ ਤਰਸ ਕਰਨ, ਆਪ ਹੀ ਸਾਨੂੰ ਡੋਲਣ 'ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਖਤ ਸਾਨੂੰ ਖੱਚ ਦੇ ਕੇ ਰੱਖ ਲੈਣ। ਅਸੀਂ ਸਦਾ ਹੀ ਚਾਵਾਂ ਮਲਾਰਾਂ ਨਾਲ ਸਤਿਗੁਰੂ ਜੀ ਨੂੰ ਪਿਆਰ ਕਰੀਏ। ਪਿਆਰ ਕਰਨ ਲਈ ਕੀ ਪਾਠ ਪੂਜਾ ਸੇਵਾ ਸਿਮਰਨ ਕਰੀਏ, ਨਾ ਕਿ ਕੇਵਲ ਆਪਣੇ ਮਤਲਬ ਲਈ। ਜੇ ਨਾ ਪੂਰਾ ਆਇਆ ਤੇ ਖੱਟ ਗੱਜ ਖੋਇਆ ਤੇ ਤੁਰੇ ਰਹੇ, ਫਿਰ ਵੀ ਤਾਂ ਮਤਲਬ ਹੀ ਨਿਸ਼ਾਨਾ ਹੈ। ਸਾਡਾ ਇੱਕੋ ਸਵਾਰਥ ਚਾਹੀਦਾ, ਉਹਦੀ ਖੁਸ਼ੀ ਲੈਣੀ, ਸਤਿਗੁਰੂ ਦੀਆਂ ਰਹਿਮਤਾਂ ਇਕੱਠੀਆਂ ਕਰਨੀਆਂ। ਫਿਰ ਆਪ ਹੀ ਸਬੱਬ ਬਣਾ ਕੇ ਡਾਵਾਂ ਡੋਲ ਖੋਣ ਤੋਂ ਬਚਾਉਂਦੇ ਨੇ। ਅੱਜ ਇਨੀ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।